ਜਦੋਂ ਖਾਸ ਤੌਰ ਦੇ ਉੱਤੇ ਜ਼ਿਕਰ ਪਰਲ ਪੀੜਤਾਂ ਦਾ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਪਰਲ ਪੀੜਤਾਂ ਦੇ ਵੱਲੋਂ ਚੁੱਕੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚੀ ਤੇ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ 20 ਤੋਂ 25 ਦਿਨਾਂ ਦੇ ਅੰਦਰ ਇਹਨਾਂ ਦਾ ਜਿਹੜਾ ਪੈਸਾ ਹੈ ਉਹ ਪਰਲ ਗਰੁੱਪ ਦੀਆਂ ਪ੍ਰਾਪਰਟੀਆਂ ਐਕਵਾਇਰ ਕਰਕੇ ਵਾਪਸ ਵਿਆਜ ਸਮੇਤ ਇਹਨਾਂ ਨੂੰ ਦਿੱਤਾ ਜਾਏਗਾ। ਹਾਲਾਂਕਿ 20 ਤੋਂ 25 ਦਿਨਾਂ ਦਾ ਜਿਹੜਾ ਸਮਾਂ ਹੈ ਉਹਦੇ ਵਿੱਚੋਂ ਵੀ 7 ਤੋਂ 8 ਦਿਨ ਗੁਜ਼ਰ ਚੁੱਕੇ ਨੇ ਤੇ ਇਹਨਾਂ ਲੋਕਾਂ ਨੂੰ ਆਸ ਹੈ ਕਿ ਇਹਨਾਂ ਦੀ ਮਿਹਨਤ ਮੁਸ਼ੱਕਤ ਦਾ ਪੈਸਾ ਇਹਨਾਂ ਨੂੰ ਵਾਪਸ ਪਹੁੰਚੇਗਾ। ਤੇ ਅਸੀਂ ਇਸ ਵਕਤ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਬੰਗੀ ਰੁਗੂ ਦੇ ਵਿੱਚ ਮੌਜੂਦ ਆ ਤੇ ਖਾਸ ਤੌਰ ਦੇ ਉੱਤੇ ਜ਼ਿਕਰ ਇਹਨਾਂ ਪਰਲ ਪੀੜਤਾਂ ਦਾ ਹੋ ਰਿਹਾ ਕਿਉਂਕਿ ਹੱਥਾਂ ਦੇ ਵਿੱਚ ਇਹ ਜਿਹੜਾ ਸਾਹਮਣੇ ਕਾਗਜ਼ ਚੱਕਿਆ ਹੋਇਆ ਹੈ ਇਹ ਫਟ ਚੁੱਕਿਆ ਹੈ। ਤਸਵੀਰਾਂ ਲੱਗੀਆਂ ਹੋਈਆਂ ਨੇ, ਕਾਗਜ਼ ਫਟੇ ਹੋਏ ਨੇ, ਪਾਲਿਸੀਆਂ ਕਈ ਸਾਲ ਪੁਰਾਣੀਆਂ ਨੇ। ਜ਼ਿਕਰ ਇਹਨਾਂ ਦੀਆਂ ਪਾਲਿਸੀਆਂ ਦਾ ਵੀ ਕਰਾਂਗੇ ਤੇ ਇਹਨਾਂ ਦੇ ਵੱਲੋਂ ਇਹ ਜਿਹੜਾ ਆਪਣਾ ਪੈਸਾ ਇਸ ਗਰੁੱਪ ਦੇ ਵਿੱਚ ਇਨਵੈਸਟ ਕਿਉਂ ਕੀਤਾ, ਉਸ ਸਮੇਂ ਦੀਆਂ ਸਰਕਾਰਾਂ ਦਾ ਕੀ ਰੋਲ ਸੀ ਤੇ ਹੁਣ ਤੱਕ ਪੈਸਾ ਵਾਪਸ ਕਿਉਂ ਨਹੀਂ ਆਇਆ। ਕਿਉਂਕਿ ਵੱਡੀ ਗਿਣਤੀ 'ਚ ਪੰਜਾਬ ਦੇ ਵਿੱਚ 30 ਲੱਖ ਅਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਇਸ ਗਰੁੱਪ ਦੇ ਵੱਲੋਂ ਪੈਸਾ ਜਿਹੜਾ ਉਹ ਦੱਬਿਆ ਗਿਆ ਸਰਕਾਰ ਦੇ ਵੱਲੋਂ ਜਾਂ ਇਸ ਗਰੁੱਪ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਧੋਖਾਧੜੀ ਇਹਨਾਂ ਲੋਕਾਂ ਦੇ ਨਾਲ ਕੀਤੀ ਗਈ ਹੈ। ਜਦੋਂ ਖਾਸ ਤੌਰ ਦੇ ਉੱਤੇ ਜ਼ਿਕਰ ਇਨਸਾਫ ਦੀ ਆਵਾਜ਼ ਜਥੇਬੰਦੀ ਦਾ ਕਰਦੇ ਹਾਂ ਤਾਂ ਤੁਸੀਂ ਉਸ ਜਥੇਬੰਦੀ ਦੇ ਨਾਲ ਜੁੜੇ ਹੋ ਤੇ ਬਹੁਤ ਸਾਰੇ ਪਰਲ ਪੀੜਤ ਪੰਜਾਬ ਭਰ ਦੇ ਵਿੱਚ ਅਸੀਂ ਦੇਖੇ। ਤੁਹਾਨੂੰ ਉਮੀਦ ਹੈ ਕਿ ਹੁਣ ਬੇਸ਼ੱਕ ਤੁਸੀਂ ਆਵਾਜ਼ ਬੁਲੰਦ ਕੀਤੀ, ਸਰਕਾਰ ਦੇ ਕੰਨਾਂ ਤੱਕ ਪਹੁੰਚੀ, ਪੈਸਾ ਤੁਹਾਡਾ ਥੋੜੇ ਦਿਨ ਦੇ ਵਿੱਚ ਹੀ ਸਹੀ ਤੁਹਾਨੂੰ ਵਾਪਸ ਮਿਲੇਗਾ। ਸਾਡੀ ਜਥੇਬੰਦੀ ਇਨਸਾਫ ਦੀ ਆਵਾਜ਼ ਸਾਡੇ ਕੌਮੀ ਪ੍ਰਧਾਨ ਹੈਗੇ ਮਹਿੰਦਰਪਾਲ ਸਿੰਘ ਦਾਨਗੜ੍ਹ ਜੀ। ਅਸੀਂ 2015 ਤੋਂ ਇਹ ਲੜਾਈ ਲੜ ਰਹੇ ਹਾਂ ਮਈ ਤੋਂ, ਕਿਉਂਕਿ 22/8/2014 ਨੂੰ ਇਹ ਕੰਪਨੀ ਨੂੰ ਸੇਬੀ ਅਦਾਰੇ ਨੇ ਬੰਦ ਕਰ ਦਿੱਤਾ ਸੀ ਕਿਉਂਕਿ ਮੋਦੀ ਦੀ ਸਰਕਾਰ ਆਈ ਸੀਗੀ 14 ਦੇ ਵਿੱਚ। ਉਹਨਾਂ ਨੇ ਆਉਣ ਸਾਰ ਇਹ 2.5 ਲੱਖ ਕੰਪਨੀ ਬੰਦ ਕਰਤੀ ਸੀਗੀ, ਜਿਹਦੇ ਵਿੱਚ ਇਹ ਬਹੁਤ ਵੱਡੀ ਸਾਰਿਆਂ ਨਾਲੋਂ ਵੱਡਾ ਗਰੁੱਪ ਇਹੀ ਸੀ ਪਰਲ ਗਰੁੱਪ, ਜਿਹਦੇ ਵਿੱਚ ਨਿਵੇਸ਼ਕਾਂ ਦਾ 49,100 ਕਰੋੜ ਰੁਪਈਆ ਜਮ੍ਹਾਂ ਹੈ ਔਰ 5 ਕਰੋੜ ਤੇ 85 ਲੱਖ ਲੋਕਾਂ ਦਾ ਪੈਸਾ ਲੱਗਿਆ ਪੂਰੇ ਇੰਡੀਆ ਦਾ। ਅਗਰ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਲਗਭਗ 30 ਲੱਖ ਲੋਕਾਂ ਦਾ, ਗਰੀਬ ਲੋਕਾਂ ਦਾ ਪੈਸਾ ਲੱਗਿਆ ਹੋਇਆ, ਜਿਹਨੇ ਖੂਨ ਪਸੀਨੇ ਦੀ ਕਮਾਈ ਲੱਗੀ ਹੋਈ ਹੈ। ਕਿਸੇ ਨੇ ਪੋਚਾ ਲਾ ਕੇ, ਕਿਸੇ ਨੇ ਝਾੜੂ ਲਾ ਕੇ, ਉਹ ਕਿਸੇ ਨੇ ਦੁੱਧ ਪਾ ਕੇ ਇਸ ਦੇ ਵਿੱਚ ਜਮ੍ਹਾਂ ਕਰਾਇਆ ਹੋਇਆ ਕੰਪਨੀ ਦੇ ਵਿੱਚ। ਔਰ ਹੁਣ ਸਾਨੂੰ ਆਸ ਲੱਗਦੀ ਹੈ ਵੀ ਭਗਵੰਤ ਮਾਨ ਨੇ MP ਇਲੈਕਸ਼ਨ ਦੇ ਵਿੱਚ ਜੋ ਜਿਮਨੀ ਚੋਣਾਂ ਹੋ ਗਈਆਂ ਸੀ ਸੰਗਰੂਰ ਦੇ ਵਿੱਚ, ਉੱਥੇ ਅਨਾਉਂਸ ਵੀ ਕੀਤਾ ਸੀ ਅਸੀਂ 20-25 ਦਿਨਾਂ ਦੇ ਵਿੱਚ ਵੀ ਪਰਲ ਕੰਪਨੀ ਦੀਆਂ ਪ੍ਰਾਪਰਟੀਆਂ ਜ਼ਬਤ ਕਰਕੇ ਉਹਨੂੰ ਸੇਲ ਕਰਕੇ ਅਸੀਂ ਗਰੀਬ ਲੋਕਾਂ ਦੇ ਪੈਸੇ ਵਾਪਸ ਕਰਾਂਗੇ। ਤੁਹਾਡਾ ਕੀ ਨਾਮ ਹੈ ਜੀ? ਹਰਭਜਨ ਸਿੰਘ ਜੀ। ਹਰਭਜਨ ਜੀ, ਜਿਵੇਂ ਜ਼ਿਕਰ ਕੀਤਾ ਪਰਲ ਪੀੜਤ ਪੰਜਾਬ ਦੇ ਨਹੀਂ ਦੇਸ਼ ਭਰ ਦੇ ਵਿੱਚ ਨੇ, ਇੱਥੇ ਮਾਵਾਂ ਵੀ ਖੜੀਆਂ ਨੇ, ਬੀਬੀਆਂ ਵੀ ਖੜੀਆਂ ਨੇ, ਮਾਤਾਵਾਂ ਵੀ ਖੜੀਆਂ ਨੇ। ਜਦੋਂ ਜ਼ਿਕਰ ਇੰਨੀਆਂ ਬਿਰਧ ਉਮਰਾਂ ਦੇ ਵਿੱਚ ਵੀ ਆਪਣਾ ਪੈਸਾ ਲੈਣ ਦੇ ਲਈ ਲੋਕ ਘਰਾਂ ਤੋਂ ਨਿਕਲਣ ਪਰ ਸਰਕਾਰ ਜਾਂ ਉਸ ਗਰੁੱਪ ਦੇ ਕੰਨਾਂ ਤੱਕ ਆਵਾਜ਼ ਨਾ ਪਹੁੰਚੇ, ਫਿਰ ਲੋਕ ਕੀ ਕਰਨ? ਹਾਂਜੀ, ਲੋਕ ਫਿਰ ਸੰਘਰਸ਼ ਹੀ ਕਰਦੇ ਹੁੰਦੇ ਆ ਜੀ। ਲੋਕਾਂ ਨੂੰ ਹੁਣ ਜਿਵੇਂ ਕੇਜਰੀਵਾਲ ਸਾਹਿਬ ਨੇ ਵੋਟਾਂ ਤੋਂ ਪਹਿਲਾਂ ਗਰੰਟੀ ਕਰੀ ਵੀ ਮੈਂ ਜਿਹੜਾ ਕੰਪਨੀਆਂ ਦਾ ਪੈਸਾ ਉਹ ਲਵਾਉਂਗਾ ਜੀ ਪਹਿਲੇ ਆਧਾਰ ਤੇ। ਭਗਵੰਤ ਮਾਨ ਜੀ ਨੇ ਵੀ ਲੋਕ ਸਭਾ 'ਚ ਵੀ ਮੁੱਦਾ ਉਠਾਇਆ ਸੀ, ਉਹਨੇ ਵੀ ਕਿਹਾ। ਤਾਂ ਹੁਣ ਭਗਵੰਤ ਮਾਨ ਜੀ ਵੋਟਾਂ ਤੋਂ ਪਹਿਲਾਂ ਵੀ ਬੋਲ ਚੁੱਕੇ ਆ ਵੀ ਮੈਂ ਇਹ ਜਿਹੜਾ ਪੈਸਾ ਕੰਪਨੀ ਦਾ ਹੈਗਾ ਇਹ ਦੇਵਾਂਗਾ ਜੀ। ਤਾਂ ਇਹ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਤੇ ਵਿਸ਼ਵਾਸ ਬਹੁਤ ਵੱਡਾ ਕੀਤਾ ਹੋਇਆ। ਤਾਂ ਅਸੀਂ ਤਾਂ ਇਹ ਚਾਹੁੰਦੇ ਵੀ ਭਗਵੰਤ ਮਾਨ ਜੀ ਜਲਦੀ ਤੋਂ ਜਲਦੀ ਇਹ ਲੋਕਾਂ ਦਾ ਪੈਸਾ ਇਹ ਦੇਣ ਤਾਂ ਇਹਨਾਂ ਦਾ ਜਿਹੜਾ ਫੇਰ ਹੀ ਸੁਪਨਾ ਪੂਰਾ ਹੋ ਸਕਦਾ ਜੀ। ਤੇ ਨਹੀਂ ਤਾਂ ਫਿਰ ਲੋਕਾਂ ਦੇ ਨਾਲ ਹੀ ਸਰਕਾਰਾਂ ਬਣਦੀਆਂ ਤਾਂ 5 ਸਾਲਾਂ ਨੂੰ ਫਿਰ ਇਹ ਸਰਕਾਰ ਨੂੰ ਪੁਲਟਾ ਮਾਰ ਦੇਣਾ ਜੀ, ਪੁੱਠਾ ਪਾਸਾ ਕਰ ਦੇਣਾ ਇਹਨਾਂ ਦਾ। ਪਰ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ ਭਗਵੰਤ ਮਾਨ ਜੀ ਨੂੰ, ਕਿਉਂਕਿ ਲੋਕਾਂ ਨੇ ਫਤਵਾ ਦਿੱਤਾ ਇਹਨਾਂ ਨੂੰ 92 ਸੀਟਾਂ ਦੇ ਕੇ ਇਹਨਾਂ ਨੇ ਮਤਲਬ ਆਪਣਾ ਫਤਵਾ ਪੂਰਾ ਕਰਤਾ। ਹੁਣ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈਗੀ, ਭਗਵੰਤ ਮਾਨ ਜੀ ਦੀ ਹੈਗੀ ਹੈ। ਤਾਂ ਇਹ ਸਾਨੂੰ ਇਹ ਲੱਗ ਰਿਹਾ ਵੀ ਜਿਹੜੀਆਂ ਜ਼ਮੀਨਾਂ ਤੇ ਕਬਜ਼ੇ ਆ ਇਸ ਟਾਈਮ ਵੀ ਅਕਾਲੀ ਤੇ ਕਾਂਗਰਸੀਆਂ ਦੇ ਹੈਗੇ ਆ, ਤਾਂ ਹਲੇ ਵੀ ਸਾਨੂੰ ਭਾਰੀ ਲੱਗਦੀਆਂ ਇਹ ਪਾਰਟੀਆਂ ਵੀ ਜਿਹੜੀਆਂ ਇਹ ਆਪ ਦੀ ਪਾਰਟੀ ਦੇ ਉੱਪਰ ਭਾਰੂ ਪੈ ਰਹੀਆਂ ਵੀ ਹਲੇ ਤੱਕ ਵੀ ਨਹੀਂ ਕਬਜ਼ੇ ਛੱਡ ਰਹੀਆਂ ਇਹ। ਤਾਂ ਅਸੀਂ ਤਾਂ ਜਿਵੇਂ ਜ਼ਿਕਰ ਇਲੈਕਸ਼ਨ ਤੋਂ ਪਹਿਲਾਂ ਵੀ ਕੀਤਾ, ਮੁੱਖ ਮੰਤਰੀ ਭਗਵੰਤ ਮਾਨ ਨੇ ਇਲੈਕਸ਼ਨ ਤੋਂ ਬਾਅਦ ਵੀ ਕੀਤਾ। ਬੇਸ਼ੱਕ ਇਲੈਕਸ਼ਨ ਦੇ ਦੌਰਾਨ ਸੰਗਰੂਰ ਦੀ ਲੋਕ ਸਭਾ ਸੀਟ ਦੇ ਦੌਰਾਨ ਪਾਰਲੀਮੈਂਟ ਦੇ ਵਿੱਚ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਮੁੱਦਾ ਚੁੱਕਿਆ, ਦੂਜੀਆਂ ਸਰਕਾਰਾਂ ਨੂੰ ਘੇਰਿਆ, ਅਕਾਲੀ ਦਲ ਨੂੰ ਘੇਰਿਆ, ਕੇਂਦਰ ਦੇ ਵਿੱਚ ਇਹ ਮੁੱਦਾ ਰੱਖਿਆ। ਪਰ ਜਦੋਂ ਹੁਣ ਮਾਨ ਸਰਕਾਰ ਸੱਤਾ 'ਚ ਹੈ, 3 ਮਹੀਨੇ ਬੀਤ ਗਏ, 3 ਮਹੀਨਿਆਂ 'ਚ ਕੋਈ ਐਲਾਨ ਨਹੀਂ, ਤੁਹਾਡੇ ਨਾਲ ਕੋਈ ਗੱਲ ਨਹੀਂ ਹੋਈ, ਜਥੇਬੰਦੀ ਨੇ ਮਿਲਣ ਦਾ ਸਮਾਂ ਮੰਗਿਆ ਉਹ ਵੀ ਨਹੀਂ ਦਿੱਤਾ ਗਿਆ। ਜਦੋਂ ਹੁਣ ਕਿਹਾ ਵੀ 20-25 ਦਿਨਾਂ ਦੇ ਵਿੱਚ ਐਕਸ਼ਨ ਹੋਏਗਾ, ਪਰ ਹੁਣ ਤੋਂ ਅਜੇ ਤੱਕ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋਣਾ ਹੈ, ਅੱਜ ਤੋਂ ਜਿਹੜਾ ਸ਼ੁਰੂ ਹੋ ਚੁੱਕਿਆ ਹੈ, ਤੇ ਤੁਹਾਨੂੰ ਲੱਗਦਾ ਵੀ ਅਜੇ ਤੱਕ ਐਕਸ਼ਨ ਕਿਉਂ ਨਹੀਂ? ਹਾਂਜੀ, ਇਸ ਨੂੰ ਅਸੀਂ ਵੀ ਵੇਟ ਕਰ ਰਹੇ ਹਾਂ ਵੀ ਇਹ ਜਿਹੜੇ ਭਗਵੰਤ ਮਾਨ ਜੀ ਹੈਗੇ ਆ ਜੀ ਕੁਛ ਲੈ ਕੇ ਆਉਣ ਤਾਂ ਲੋਕਾਂ ਨੂੰ ਇਹ ਦੇਣ, ਨਹੀਂ ਤਾਂ ਫਿਰ ਸਾਡੀ ਜਥੇਬੰਦੀ ਹੈ ਜਿਹੜੀ ਇਨਸਾਫ ਦੀ ਆਵਾਜ਼, ਤਾਂ ਇਹ ਅਸੀਂ ਤਾਂ ਇਹੀ ਚਾਹੁੰਦੇ ਵੀ ਜਿੰਨੇ ਵੀ ਏਜੰਟ ਹੈਗੇ ਆ, ਜਿੰਨੇ ਵੀ ਖਾਤੇਦਾਰ ਵੀਰ ਹੈਗੇ ਆ, ਤਾਂ ਇਹ ਸਾਡਾ ਸਹਿਯੋਗ ਦੇਣ
ਤਾਂ ਅਸੀਂ ਸੰਘਰਸ਼ ਕਰਾਂਗੇ ਜੀ। ਇਹ ਤੋਂ ਬਾਅਦ ਅਸੀਂ ਵੇਟ ਕਰਦੇ ਹਾਂ, 15-20 ਦਿਨਾਂ ਦਾ ਵਕਤ ਦਿੱਤਾ ਇਹਨਾਂ ਨੇ, ਤਾਂ ਅਸੀਂ ਪਹਿਲਾਂ ਤੋਂ ਵੀ ਵੇਟ ਕਰਦੇ ਵੀ 2-4 ਮਹੀਨੇ ਇਹ ਨਵੀਂ ਸਰਕਾਰ ਹੈ ਤਾਂ ਕੁਛ ਨਾ ਕੁਛ ਲੈ ਕੇ ਆਊਗੀ, ਤਾਂ ਅਸੀਂ ਇਹਨਾਂ ਦਾ ਸਹਿਯੋਗ ਦੇਣ ਨੂੰ ਵੀ ਤਿਆਰ ਹਾਂ। ਸੁਪਰੀਮ ਕੋਰਟ ਦੇ ਵਿੱਚ ਕਹਿਣਗੇ ਤਾਂ ਉੱਥੇ ਵੀ ਸਾਡੀ ਜਿਹੜੀ ਜਥੇਬੰਦੀ ਆ ਉਹ ਇਹਨਾਂ ਦਾ ਸਾਥ ਦੇਊਗੀ। ਹਲੇ ਅਸੀਂ ਇਹਨਾਂ ਦੇ ਨਾਲ ਆ, ਅਸੀਂ ਨਹੀਂ ਇਹਨਾਂ ਦੇ ਵਿਰੁੱਧ ਹਲੇ ਵੀ ਕੁਛ ਬੋਲਦੇ, ਕਿਉਂਕਿ ਭਗਵੰਤ ਮਾਨ ਜੀ ਤੇ ਆਸਾਂ ਕਰਕੇ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਦੀ ਸਰਕਾਰ ਬਣਾਈ ਹੈ, ਤਾਂ ਉਮੀਦ ਸਾਰਿਆਂ ਦੀ ਹੈਗੀ ਆ ਵੀ ਸਾਡਾ ਇਹ ਭਗਵੰਤ ਮਾਨ ਜੀ ਕੁਛ ਨਾ ਕੁਛ ਸਵਾਰਨਗੇ, ਤਾਂ ਗਰੀਬ ਲੋਕਾਂ ਦਾ ਇਹ ਜਿਹੜਾ ਸੁਪਨਾ ਉਹ ਜ਼ਰੂਰ ਪੂਰਾ ਕਰਨਗੇ। ਉਮੀਦ ਕਰਦੇ ਹਾਂ ਵੀ ਗਰੀਬਾਂ ਦੀ ਆਵਾਜ਼, ਜਿਨ੍ਹਾਂ ਦੀਆਂ ਵੋਟਾਂ ਲਈਆਂ, ਉਹਨਾਂ ਦੀ ਵੀ ਗੱਲ ਹੋਏਗੀ। ਤੁਹਾਡਾ ਕੀ ਨਾਮ ਹੈ ਜੀ? ਮੇਜਰ ਸਿੰਘ। ਅੱਛਾ ਮੇਜਰ ਸਿੰਘ ਜੀ, ਕਿੰਨਾ ਤੁਹਾਡਾ ਜਿਹੜਾ ਪੈਸਾ ਇਨਵੈਸਟ ਹੈਗਾ ਹੈ, ਤੇ ਕਦੋਂ ਤੁਸੀਂ ਪੈਸਾ ਇਸ ਗਰੁੱਪ ਦੇ ਵਿੱਚ ਇਨਵੈਸਟ ਕੀਤਾ ਸੀ? ਮੈਂ ਸਰ 10 ਦੇ ਵਿੱਚ ਲਾਉਣਾ ਸ਼ੁਰੂ ਕੀਤਾ ਸੀ। ਤਕਰੀਬਨ ਮੇਰਾ 7 ਲੱਖ ਰੁਪਈਆ ਹੈ। 7 ਲੱਖ 7 ਲੱਖ ਰੁਪਈਆ ਤੁਹਾਡਾ ਪਰਸਨਲੀ 7 ਲੱਖ ਰੁਪਈਆ? ਅੱਛਾ 7 ਲੱਖ ਲਗਾ ਦਿੱਤਾ, ਕਿਉਂ ਇੰਨਾ ਭਰੋਸਾ ਜ਼ਾਹਰ ਕੀਤਾ? ਇੱਕ ਕਿਉਂਕਿ ਬਸ ਉਹ ਕਬੱਡੀ ਕੱਪ ਕਰਵਾਉਂਦੇ ਰਹੇ, ਇਹਨਾਂ ਦੀਆਂ ਵੱਡੇ ਵੱਡੇ ਲੀਡਰਾਂ ਦੀਆਂ, ਜਿਵੇਂ ਕੈਪਟਨ ਦੀ ਲਾ ਲਓ, ਬਾਦਲ ਸਾਹਿਬ ਦੀ ਲਾ ਲਓ, ਆਪਣਾ ਜੇਠ ਮਲਾਨੀ ਦੀ, ਉਹਨਾਂ ਦੀ ਲਾ ਲਓ ਜੀ। ਉਹਨਾਂ ਦੀਆਂ ਫੋਟੋਆਂ ਨਾਲ ਵੇਖ ਵੇਖ ਕੇ ਵੀ ਉਹਨਾਂ ਨੇ ਕੱਢਿਆ ਸੀਗਾ ਆਪਣਾ ਉਹ ਸਾਰਾ ਕੁਝ। ਇਹਨਾਂ ਨੂੰ ਦੇਖ ਦੇਖ ਕੇ ਅਸੀਂ ਇਹ ਲਾਉਂਦੇ ਰਹੇ ਵੀ ਜੋ ਕੰਪਨੀ ਨੂੰ ਇਹਨਾਂ ਨੇ ਪ੍ਰਮੋਟ ਕੀਤਾ, ਇੰਨੇ ਬੰਦਿਆਂ ਨੇ ਲਾਇਸੈਂਸ ਦਿੱਤੇ ਨੇ। ਰਾਜਨਾਥ ਨੇ ਮੰਨ ਲਓ ਇਹਨੂੰ P7 ਚੈਨਲ ਉਡਾਟ ਕੀਤਾ ਸੀ ਪਰਲ ਕੰਪਨੀ ਦਾ ਜੀ, ਰਾਜਨਾਥ ਨੇ, ਭਾਜਪਾ ਦੇ। ਆ ਦੇਖੋ ਜੀ, ਆ ਕੈਪਟਨ ਸਾਹਿਬ ਨੇ ਕਲੋਨੀਆਂ ਦਾ ਮਤਲਬ ਉਦਘਾਟਨ ਕੀਤਾ ਹੋਇਆ 2006 ਦੇ ਵਿੱਚ। ਆ ਕਬੱਡੀ ਕੱਪ ਕਰਾਏ ਆ ਜੀ, 4 ਸਾਲ ਕਬੱਡੀ ਕੱਪ ਕਰਾਏ ਆ ਅਕਾਲੀ ਦਲ ਨੇ, ਸੁਖਬੀਰ ਬਾਦਲ ਨੇ। ਆ ਧੂਮਲ ਸਾਹਿਬ ਨਾਲ ਉਦਘਾਟਨ ਹੋ ਰਿਹਾ ਜੀ। ਮੈਨੂੰ ਸਾਰੇ ਸਰਕਾਰਾਂ ਖੁਦ ਨਾਲ ਇਹਨਾਂ ਦੇ ਹੈਗੀਆਂ, ਫੇਰ ਹੀ ਇਹ ਇੰਨਾ ਪੈਸਾ ਜਮ੍ਹਾਂ ਹੋਇਆ ਜੀ, ਨਹੀਂ ਹੋ ਨਹੀਂ ਸਕਦਾ। ਜ਼ਿਮੀਂਦਾਰ ਦਾ ਕੋਈ ਲੱਖ ਰੁਪਇਆ ਦੇਣਾ ਹੋਵੇ ਤਾਂ ਨੋਟਿਸ ਲੱਗ ਜਾਂਦਾ ਉਹਦੀ। ਪਰ ਇਹਨਾਂ ਸਰਕਾਰਾਂ ਨੇ ਮਤਲਬ ਕਿੱਡੇ ਕਿੱਡੇ ਘਪਲੇ ਕਰਾਤੇ ਵੱਡੇ ਵੱਡੇ, ਹਜੇ ਤੱਕ ਕੋਈ ਮਤਲਬ ਵੱਡੇ ਵੱਡੇ ਬੈਟਲੀ ਵਰਗਿਆਂ ਨੇ ਇਹਨਾਂ ਦੇ ਐਡ ਕੀਤੀ ਹੈ। ਆ ਦੇਖੋ, ਆ ਪ੍ਰੋਜੈਕਟ ਵੈਰਾਈਟੀ ਵਰਗੇ ਨੇ ਐਡ ਕੀਤੀ ਹੈ ਸਾਰੀ। ਵੰਡਰ ਆਫ ਦਾ ਹਾਂਜੀ ਹਾਂਜੀ, ਵੰਡਰਸ ਆਫ ਦਾ ਕੇਰਲਾ। ਇਹਨਾਂ ਦੇ ਹੋਟਲ ਵਗੈਰਾ ਸੀਗੇ, ਦਾ ਗੋਲਡ ਪਾਵਨਾ ਤੇ ਹੋਟਲ ਜੀਰਕਪੁਰ ਹੈਗਾ, ਬੱਦੀ ਇੰਨੀ ਜਿਹੜੀ ਪ੍ਰਾਪਰਟੀ ਦਿਖਾ ਰਹੇ ਆ ਭਗਵੰਤ ਮਾਨ ਜੀ ਜ਼ਿਕਰ ਕਰ ਰਹੇ ਨੇ 20-25 ਦਿਨਾਂ ਦੇ ਵਿੱਚ ਹੋਏਗੀ ਕਾਰਵਾਈ, ਪਰ ਅੱਜ 7-8 ਦਿਨ ਹੋ ਗਏ ਤਾਂ ਕਿਸੇ ਨੇ ਨਾਮ ਨਹੀਂ ਲਿਆ। ਇਲੈਕਸ਼ਨ ਤੋਂ ਬਾਅਦ ਬੇਸ਼ੱਕ ਇਲੈਕਸ਼ਨ ਮੁੱਕ ਚੁੱਕਿਆ ਹੈ, ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਏਗਾ, ਤਾਂ ਲੱਗਦਾ ਵੀ ਇਹ ਜਿਹੜਾ ਜ਼ਿਕਰ ਉਹਨਾਂ ਨੇ ਇੱਕ ਇਲੈਕਸ਼ਨ ਦੀ ਪ੍ਰਚਾਰ ਦੇ ਦੌਰਾਨ ਕੀਤਾ, ਉਹ ਵਿਧਾਨ ਸਭਾ ਦੇ ਵਿੱਚ ਵੀ ਉਸ ਦੇ ਖਿਲਾਫ ਕੋਈ ਮਤਾ ਲਿਆਇਆ ਜਾਵੇਗਾ, ਸਰਕਾਰ ਕੋਈ ਹੁਣੀ ਤੋਂ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦੇਗੀ, ਜਾਂ ਫਿਰ 20-25 ਦਿਨ ਅਜੇ ਹੋਰ ਇੰਤਜ਼ਾਰ? ਨਹੀਂ, ਸਾਨੂੰ ਉਹਨਾਂ ਤੇ ਬਹੁਤ ਆਪਣਾ ਹੈਗਾ ਜੀ, ਇਮਾਨਦਾਰੀ ਨਾਲ ਕੰਮ ਕਰ ਰਹੇ ਨੇ। ਸਾਨੂੰ ਪੂਰਾ ਇੰਤਜ਼ਾਰ ਹੈ ਵੀ ਪੈਸਾ ਸਾਡਾ ਵਾਪਸ ਮੁੜੂਗਾ ਜੀ। ਠੀਕ ਹੈ। ਸੋ ਖਾਸ ਤੌਰ ਦੇ ਉੱਤੇ ਜ਼ਿਕਰ ਇਹਨਾਂ ਲੋਕਾਂ ਦਾ, ਕਿਉਂਕਿ ਇਹ ਜਿਹੜੇ ਲੋਕ ਨੇ, ਇੱਧਰ ਮਾਤਾਵਾਂ ਖੜੀਆਂ ਨੇ, ਇੱਧਰ ਪਿੰਡ ਦੇ ਕੁਝ ਲੋਕ ਨੇ, ਕਿਉਂਕਿ ਇਹ ਸਿਰਫ 1-2 ਪਿੰਡਾਂ ਦੇ ਲੋਕ ਨੇ। ਪੰਜਾਬ ਦੇ ਵਿੱਚ ਇਹ ਗਿਣਤੀ ਬਹੁਤ ਜ਼ਿਆਦਾ ਹੈ, ਤੇ ਇਹ ਗਿਣਤੀ ਅਸੀਂ ਲਗਾਤਾਰ ਸਰਕਾਰ ਤੱਕ ਵੀ ਪਹੁੰਚਾ ਰਹੇ ਹਾਂ। ਇਹ ਤੁਸੀਂ ਜਿਹੜੇ ਪ੍ਰੋਗਰਾਮ ਦੇ ਜ਼ਰੀਏ ਲੋਕਾਂ ਦੀ ਜਿਹੜੀ ਗੁਹਾਰ ਹੈ ਉਹ ਵੀ ਸੁਣ ਰਹੇ ਹੋ, ਪਰ ਉਮੀਦਾਂ ਪੰਜਾਬ ਦੀ ਮਾਨ ਸਰਕਾਰ ਤੇ ਹੈ, ਕਿਉਂਕਿ ਬੇਸ਼ੱਕ ਮਾਨ ਸੰਗਰੂਰ ਦੀ ਧਰਤੀ ਦੇ ਉੱਤੇ ਭਗਵੰਤ ਮਾਨ ਦੇ ਵੱਲੋਂ ਇਹਨਾਂ ਲੋਕਾਂ ਨੂੰ ਉਮੀਦ ਜਿਹੜੀ ਦਿੱਤੀ ਗਈ ਹੈ ਕਿ 20-25 ਦਿਨਾਂ ਦੇ ਅੰਦਰ ਇਹਨਾਂ ਦਾ ਪੈਸਾ ਵਾਪਸ ਆਏਗਾ। ਪਰ ਸਾਡਾ ਇਹ ਸਵਾਲ ਹੈ ਕਿ ਅਜੇ ਤੱਕ ਕਾਰਵਾਈ ਕਿਉਂ ਨਹੀਂ? 20-25 ਦਿਨਾਂ ਦੇ ਵਿੱਚੋਂ ਵੀ 7 ਦਿਨ ਬੀਤ ਚੁੱਕੇ ਨੇ, ਪਰ ਪਰਲ ਪੀੜਤਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਦੇ ਉੱਤੇ ਸਰਕਾਰ ਪੂਰਾ ਜਿਹੜਾ ਕਦੋਂ ਉਤਰੇਗੀ, ਤੇ ਖਾਸ ਤੌਰ ਦੇ ਉੱਤੇ ਜਿਹੜੇ ਇਹ ਗਰੀਬ ਲੋਕ ਨੇ ਜਿਹੜੀਆਂ ਅੱਜ ਵੀ ਆਪਣੀਆਂ ਪਾਲਿਸੀਆਂ ਸੰਭਾਲ ਕੇ ਰੱਖ ਰਹੇ ਨੇ, ਉਮੀਦਾਂ ਨੇ ਕਿ ਕੋਈ ਆਏਗਾ, ਬੇਸ਼ੱਕ ਇਹਨਾਂ ਦੇ ਹੱਕ ਦੀ ਗੱਲ ਕਰੇਗਾ ਤੇ ਇਹਨਾਂ ਦਾ ਜਿਹੜਾ ਪੈਸਾ ਹੈ ਉਹ ਵਾਪਸ ਦਵਾਏਗਾ, ਪਰ ਇਹ ਉਡੀਕ ਹੋਰ ਕਿੰਨੀ ਲੰਬੀ